हाँ जी स्टूडेंट्स, ਤਾਂ ਅੱਜ ਆਪਾਂ ਤੁਹਾਡੀ ਵਿਆਕਰਨ ਦੇ ਵਿੱਚ ਇੱਕ ਟੌਪਿਕ ਆ ਜਾਂ ਇਹ ਪ੍ਰਸ਼ਨ ਮਹੱਤਵਪੂਰਨ ਆ ਜੋ ਮੈਂ ਦੇਖ ਰਿਹਾ ਸੀ ਵਾਰ-ਵਾਰ ਪਿਛਲੇ ਸਾਲਾਂ ਦੌਰਾਨ ਪੇਪਰ ਵਿੱਚ ਆਉਂਦਾ ਰਿਹਾ। ਉਹ ਪ੍ਰਸ਼ਨ ਆ ਕਿ ਪੰਜਾਬੀ ਸ਼ਬਦਾਂ ਦੇ ਵਰਗੀਕਰਨ ਦੇ ਕਿਹੜੇ-ਕਿਹੜੇ ਮੁੱਖ ਆਧਾਰ ਹਨ ਜਾਂ ਪੰਜਾਬੀ ਸ਼ਬਦਾਂ ਦਾ ਵਰਗੀਕਰਨ ਕਰੋ ਜਾਂ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਇਹ ਪ੍ਰਸ਼ਨ ਕਿਸੇ ਵੀ ਤਰ੍ਹਾਂ ਪੁੱਛਿਆ ਜਾ ਸਕਦਾ, ਤਾਂ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ। ਤਾਂ ਇਹਦੇ ਵਿੱਚੋਂ ਸਮਝਣ ਵਾਲੀ ਗੱਲ ਇਹ ਆ ਕਿ ਜਿਹੜੇ ਸ਼ਬਦ ਆ ਅਸੀਂ ਉਹਨਾਂ ਨੂੰ ਕਿੰਨਿਆਂ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਕਿਸੇ ਵੀ ਚੀਜ਼ ਨੂੰ, ਜਿਵੇਂ ਆਪਾਂ ਉਦਾਹਰਨ ਲਈ ਗੱਲ ਕਰੀਏ ਕਿ ਜੇ ਆਪਾਂ ਮੰਨ ਲਓ ਧਰਮਕੋਟ ਤੋਂ ਮੋਗੇ ਦਾ ਸਫ਼ਰ ਕਰਨਾ, ਅਤੇ ਇਹਨੂੰ ਆਪਾਂ ਕਿੰਨਿਆਂ ਹਿੱਸਿਆਂ 'ਚ ਵੰਡ ਸਕਦੇ ਹਾਂ। ਵੀ ਇੱਕ ਦੇਖੋ ਜੀ, ਆਪਾਂ ਕਹੀਏ ਧਰਮਕੋਟ ਤੋਂ ਫਤਿਹਗੜ੍ਹ ਜਾਂ ਜਲਾਲਾਬਾਦ, ਫਿਰ ਅੱਗੇ ਕੋਟੀ ਸੇਖਾਂ ਵਾਲਾ ਚੌਂਕ, ਫਿਰ ਬਾਜ਼ਾਰ। ਇੱਦਾਂ ਇੱਕ ਆਪਾਂ ਸਿੱਧਾ ਹੀ ਉਹਨੂੰ ਵੰਡ ਸਕਦੇ ਹਾਂ ਕਿ ਸਿੱਧਾ ਹੀ ਆਪਾਂ ਧਰਮਕੋਟ ਤੋਂ ਕੋਟੀ ਸੇਖਾਂ ਵਾਲਾ ਚੌਂਕ ਅਤੇ ਅੱਗੇ ਮੋਗਾ। ਇੱਕ ਚੀਜ਼ ਨੂੰ ਵੰਡਣ ਦੇ ਜਾਂ ਮੇਜਰਮੈਂਟ ਦਾ ਇੱਕੋ ਹੀ ਵੇ ਜਾਂ ਇੱਕੋ ਹੀ ਤਰੀਕਾ ਨਹੀਂ ਹੁੰਦਾ, ਉਸ ਦੇ ਕਈ ਤਰੀਕੇ ਹੁੰਦੇ ਨੇ। ਤਾਂ ਇੱਥੇ ਆਪਾਂ ਇਹ ਦੱਸਣਾ ਕਿ ਪੰਜਾਬੀ ਜਿਹੜੇ ਸ਼ਬਦ ਆ, ਜੇ ਅਸੀਂ ਇਹਨਾਂ ਨੂੰ ਵੰਡਣਾ ਹੋਵੇ, ਵਰਗੀਕਰਨ ਇਹਨਾਂ ਦਾ ਕਰਨਾ ਹੋਵੇ, ਤਾਂ ਕਿਹੜੇ ਕਿਹੜੇ ਤਰੀਕੇ ਅਪਣਾ ਸਕਦੇ ਹਾਂ। ਜਿਵੇਂ ਪੁਰਾਣੇ ਵਿਆਕਰਨਕਾਰ ਜਿਹੜੇ ਹੈਗੇ ਨੇ, ਪਰੰਪਰਾਗਤ ਵਿਆਕਰਨਕਾਰ, ਉਹਨਾਂ ਵਿੱਚ ਸ਼ਬਦਾਂ ਨੂੰ ਮੋਟੇ ਰੂਪ 'ਚ ਦੋ ਤਰ੍ਹਾਂ ਦਾ ਹੀ ਮੰਨਿਆ ਗਿਆ, ਸਾਰਥਕ ਅਤੇ ਨਿਰਾਰਥਕ। ਸਾਰਥਕ ਸ਼ਬਦ ਕਹਿੰਦੇ ਜਿਹੜੇ ਅਰਥ ਦਿੰਦੇ ਆ, ਨਿਰਾਰਥਕ ਸ਼ਬਦ ਜਿਹੜੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਪਰ ਹੁਣ ਕਿਉਂਕਿ ਟਾਈਮ ਦੇ ਨਾਲ ਨਾਲ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ, ਨਵੇਂ ਵਿਸ਼ਿਆਂ ਨੂੰ ਨਵੇਂ ਵਿਸਥਾਰ ਮਿਲਦੇ ਆ, ਤਾਂ ਜਿਵੇਂ ਹੁਣ ਸਾਰਥਕ ਸ਼ਬਦ ਆਪਾਂ ਕਹਿੰਦੇ ਰੋਟੀ, ਨਿਰਾਰਥਕ ਸ਼ਬਦ ਆਪਾਂ ਕਹਿੰਦੇ ਰਾਟੀ। ਜਿਵੇਂ ਆਪਾਂ ਕਹਿੰਦੇ ਰੋਟੀ ਰਾਟੀ ਖਾ ਕੇ ਜਾਇਓ, ਪਾਣੀ ਪੂਣੀ ਪੀ ਕੇ ਜਾਇਓ, ਤਾਂ ਉਹ ਕਹਿੰਦੇ ਜਿਹੜਾ ਪੂਣੀ ਸ਼ਬਦ ਆ ਇਹਦਾ ਕੋਈ ਅਰਥ ਨਹੀਂ ਬਣਦਾ, ਪਾਣੀ ਸ਼ਬਦ ਦਾ ਅਰਥ ਬਣਦਾ। ਤਾਂ ਹੁਣ ਅੱਗਿਓਂ ਨਵੇਂ ਜਿਹੜੇ ਖੋਜਕਰਤਾ ਨੇ ਉਹ ਕਹਿੰਦੇ ਵੀ ਇਸ ਤਰ੍ਹਾਂ ਵਾ ਕਿ ਐਸੀ ਗੱਲ ਨਹੀਂ ਹੈ, ਕੋਈ ਵੀ ਸ਼ਬਦ ਉਹ ਕਹਿੰਦੇ ਨਿਰਾਰਥਕ ਨਹੀਂ ਹੁੰਦਾ। ਜੇ ਅਸੀਂ ਕਹਿੰਦੇ ਰੋਟੀ ਰਾਟੀ, ਪਾਣੀ ਧਾਣੀ, ਤਾਂ ਪਾਣੀ ਧਾਣੀ ਦਾ ਵੀ ਅਰਥ ਹੈਗਾ ਵਾ। ਵੀ ਜੇ ਅਸੀਂ ਮੰਨੀਏ ਵੀ ਜੇ ਅਸੀਂ ਬੰਦੇ ਨੂੰ ਇਕੱਲਾ ਪਾਣੀ ਪੀਣ ਨੂੰ ਕਹਿਣਾ ਤਾਂ ਅਸੀਂ ਕਹਾਂਗੇ ਪਾਣੀ ਪੀਓ। ਜੇ ਅਸੀਂ ਪਾਣੀ ਵਰਗੀ ਕੋਈ ਹੋਰ ਚੀਜ਼ ਪੀਣ ਨੂੰ ਕਹਿਣਾ, ਮੰਨ ਲਓ ਲੱਸੀ ਆ, ਸ਼ਰਬਤ ਆ, ਕੋਲਡ ਡਰਿੰਕ ਆ ਜਾਂ ਕੁਛ ਹੋਰ ਆ, ਤਾਂ ਅਸੀਂ ਉੱਥੇ ਸ਼ਬਦ ਵਰਤਦੇ ਹਾਂ ਪਾਣੀ ਧਾਣੀ। ਤਾਂ ਉਹ ਕਹਿੰਦੇ ਜਿਹੜਾ ਧਾਣੀ ਸ਼ਬਦ ਆ ਇਹਦੇ ਵੀ ਅਰਥ ਹੈਗੇ ਨੇ। ਤਾਂ ਤੁਸੀਂ ਇਹ ਗੱਲਾਂ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਇਹ ਬਿਲਕੁਲ ਆਪਣੇ ਉੱਤਰ 'ਚ ਲਿਖਣੀ ਆ ਕਿ ਪਹਿਲਾ ਆਧਾਰ ਬਣਦਾ ਸਾਰਥਕ ਅਤੇ ਨਿਰਾਰਥਕ ਸ਼ਬਦ। ਹੁਣ ਅਗਲਾ ਜਿਹੜਾ ਵਰਗੀਕਰਨ ਦਾ ਆਧਾਰ ਬਣਦਾ ਵਾ ਉਹ ਭਾਸ਼ਾ ਵਿਗਿਆਨਕ, ਮਤਲਬ ਭਾਸ਼ਾ ਨੂੰ ਵੀ ਇੱਕ ਵਿਗਿਆਨ ਮੰਨਿਆ ਜਾਂਦਾ। ਉਹਦੇ ਨਿਯਮ ਨੇ, ਬਕਾਇਦਾ ਇੱਕ ਪੂਰਾ ਵਿਸ਼ਾ ਵਾ ਜਿਹੜਾ ਕਿ ਵੱਡੀਆਂ ਕਲਾਸਾਂ 'ਚ ਖਾਸ ਕਰਕੇ MA ਵਗੈਰਾ 'ਚ ਤਾਂ ਇੱਕ ਪੇਪਰ ਹੀ ਪੂਰਾ ਪੜ੍ਹਾਇਆ ਜਾਂਦਾ ਜਿਹਨੂੰ ਭਾਸ਼ਾ ਵਿਗਿਆਨ ਕਹਿੰਦੇ ਆ। ਉਸ ਵਿੱਚ ਭਾਸ਼ਾ ਨੂੰ ਇੱਕ ਵਿਗਿਆਨਕ ਆਧਾਰ 'ਤੇ ਉਹਦੇ ਨਿਯਮ ਕੀ ਕੰਮ ਕਰਦੇ ਨੇ, ਇਹਨਾਂ ਚੀਜ਼ਾਂ ਨੂੰ ਜਾਂ ਸ਼ਬਦ ਅਰਥ, ਇਹ ਸਾਰੀਆਂ ਚੀਜ਼ਾਂ ਨੂੰ ਵਿਸਥਾਰ ਸਹਿਤ ਉਹਦੇ 'ਚ ਵਿਚਾਰਿਆ ਜਾਂਦਾ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਭਾਸ਼ਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਿਹੜੀ ਸ਼ਬਦਾਂ ਦੀ ਵੰਡ ਵਿਦਵਾਨਾਂ ਨੇ ਕੀਤੀ ਆ ਜਾਂ ਖੋਜਕਰਤਾਵਾਂ ਨੇ ਮੰਨੀ ਆ, ਉਹ ਕਹਿੰਦੇ ਵੀ ਉਹਦੇ ਦੋ ਆਧਾਰ ਆ, ਇੱਕ ਉਤਪਤੀ ਦਾ ਆਧਾਰ ਅਤੇ ਇੱਕ ਰੂਪ ਦਾ ਆਧਾਰ। ਉਤਪਤੀ ਦਾ ਆਧਾਰ ਹੁੰਦਾ ਵੀ ਸ਼ਬਦ ਦੀ ਉਤਪਤੀ ਕਿਵੇਂ ਹੁੰਦੀ ਹੈ, ਰੂਪ ਦਾ ਆਧਾਰ ਹੁੰਦਾ ਕਿ ਉਸ ਦਾ ਅੱਗੇ ਰੂਪ ਬਦਲਦਾ ਕਿਵੇਂ ਆ। ਤਾਂ ਹੁਣ ਉਤਪਤੀ ਅਨੁਸਾਰ ਕਹਿੰਦੇ ਸ਼ਬਦਾਂ ਦੇ ਦੋ ਪ੍ਰਕਾਰ ਮੰਨੇ ਜਾਂਦੇ ਆ। ਪਹਿਲਾਂ ਆਪਾਂ ਦੇਖਿਆ
ਵੰਡ ਦੇ ਆਧਾਰ ਦੋ ਨੇ, ਉਤਪਤੀ ਦਾ ਆਧਾਰ ਅਤੇ ਰੂਪ ਦਾ ਆਧਾਰ। ਹੁਣ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੋਹਾਂ ਬਾਰੇ। ਉਤਪਤੀ ਦੇ ਆਧਾਰ 'ਤੇ ਵੀ ਉਹ ਕਹਿੰਦੇ ਸ਼ਬਦ ਦੋ ਪ੍ਰਕਾਰ ਦੇ ਮੰਨੇ ਜਾਂਦੇ ਆ, ਇੱਕ ਰੂੜੀ ਅਤੇ ਇੱਕ ਯੌਗਿਕ। ਰੂੜੀ ਹੁੰਦਾ ਕਿ ਉਹਦਾ ਮੂਲ, ਉਹਦੀ ਜੜ। ਯੌਗਿਕ ਹੁੰਦਾ ਜਿਹੜਾ ਜੁੜ ਕੇ ਬਣਿਆ ਹੋਵੇ। ਤਾਂ ਮੰਨ ਲਓ ਆਪਾਂ ਇਹਨੂੰ ਡਿਫਾਈਨ ਕਰਨਾ ਹੋਵੇ ਤਾਂ ਕਹਿ ਦਿੰਦੇ ਹਾਂ ਕਿ ਰੂੜੀ ਸ਼ਬਦ ਉਹ ਹਨ ਜੋ ਸ਼ਬਦਾਂ ਜਾਂ ਸ਼ਬਦਾਸ਼ਾਂ ਦੇ ਮੇਲ ਨਾਲ ਨਹੀਂ ਬਣੇ। ਜਿਵੇਂ ਆਪਾਂ ਕਹਿੰਦੇ ਹਾਂ ਹੱਥ, ਚੰਦ, ਘੋੜਾ, ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਆਪਣੇ ਆਪ 'ਚ ਕੰਪਲੀਟ ਹੁੰਦੇ ਆ, ਕਿਸੇ ਚੀਜ਼ ਦੇ ਜੋੜ ਨਾਲ ਨਹੀਂ ਬਣਦੇ। ਹੁਣ ਇਹਦਾ ਦੂਸਰਾ ਜਿਹੜਾ ਹੈਗਾ ਹਿੱਸਾ ਯੌਗਿਕ ਸ਼ਬਦ, ਉਹ ਹਨ ਜੋ ਸ਼ਬਦਾਂ ਨਾਲ ਅਗੇਤਰ ਜਾਂ ਪਿਛੇਤਰ ਜੋੜ ਕੇ ਜਾਂ ਦੋ ਸ਼ਬਦਾਂ ਨੂੰ ਮਿਲਾ ਕੇ ਬਣਾਏ ਜਾਂਦੇ ਆ। ਜਿਵੇਂ ਆਪਾਂ ਕਹਿੰਦੇ ਹਾਂ ਸੰਗ, ਇੱਕ ਸ਼ਬਦ ਬਣ ਜਾਂਦਾ ਕੁਸੰਗ, ਸੰਗਤ, ਕੁਸੰਗਤ। ਹੁਣ ਸੰਗ ਤੋਂ ਸ਼ਬਦ ਬਣ ਗਿਆ ਸੰਗਤ, ਸੰਗਤ ਦੇ ਮੂਹਰੇ ਲੱਗ ਕੇ ਕੱਕਾ, ਇਹ ਬਣ ਗਿਆ ਕੁਸੰਗਤ। ਤਾਂ ਜਿਵੇਂ ਆਪਾਂ ਕਹਿੰਦੇ ਹਾਂ ਦੁਰਬਲ, ਬਲ ਦੇ ਅੱਗੇ ਦੁਰ ਲੱਗ ਗਿਆ, ਦੁਰਬਲ ਹੋ ਗਿਆ। ਇਸੇ ਤਰ੍ਹਾਂ ਹੀ ਸ਼ਬਦ ਬਣ ਗਿਆ ਚਿੱਤਰਕਾਰ, ਚਿੱਤਰ ਪਲੱਸ ਕਾਰ। ਤਾਂ ਇਹ ਸ਼ਬਦ ਜਿਹੜੇ ਦੋ ਸ਼ਬਦਾਂ ਤੋਂ ਜੋੜ ਕੇ ਬਣਦੇ ਆ ਜਾਂ ਅਗੇਤਰ ਪਿਛੇਤਰ ਲਾ ਕੇ ਬਣਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਯੌਗਿਕ ਸ਼ਬਦ। ਯੌਗਿਕ ਮਤਲਬ ਯੌਗਿਕ ਦਾ ਮਤਲਬ ਇੱਕ ਜੋੜ ਵੀ ਮੰਨਿਆ ਜਾਂਦਾ ਕਿ ਦੋ ਸ਼ਬਦਾਂ ਦੇ ਜੋੜ ਤੋਂ ਜਾਂ ਅਗੇਤਰ ਪਿਛੇਤਰ ਲਾ ਕੇ ਜਿਹੜੇ ਸ਼ਬਦ ਬਣਦੇ ਆ। ਤਾਂ ਹੁਣ ਆਪਾਂ ਦੂਸਰਾ ਪੁਆਇੰਟ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ ਕਿ ਰੂਪ ਅਨੁਸਾਰ ਜਿਹੜੇ ਸ਼ਬਦ ਆ ਕਿੰਨੇ ਪ੍ਰਕਾਰ ਦੇ ਹੁੰਦੇ ਆ। ਫਿਰ ਅੱਗੇ ਹੁਣ ਰੂਪ ਅਨੁਸਾਰ ਵੀ ਜਿਹੜੇ ਆ ਸ਼ਬਦ ਦੋ ਪ੍ਰਕਾਰ ਦੇ ਮੰਨੇ ਗਏ ਆ। ਉਹ ਕਿਹੜੇ ਕਿਹੜੇ ਨੇ? ਇੱਕ ਵਿਕਾਰੀ ਅਤੇ ਦੂਸਰਾ ਅਵਿਕਾਰੀ। ਹੁਣ ਵਿਕਾਰੀ ਸ਼ਬਦ ਜਿਹੜੇ ਆ ਉਹ ਹੁੰਦੇ ਆ ਜਿਨ੍ਹਾਂ ਨਾਲ ਰੂਪਾਂਤਰੀ ਪਿਛੇਤਰ ਲੱਗਣ ਨਾਲ ਉਸ ਦੇ ਰੂਪ ਵਿੱਚ ਲਿੰਗ, ਵਚਨ, ਪੁਰਖ ਜਾਂ ਕਾਲ ਆਦਿ ਕਰਕੇ ਕੋਈ ਤਬਦੀਲੀ ਹੋ ਜੇ। ਮੰਨ ਲਓ ਉਹੀ ਗੱਲ ਆ ਗਈ ਨਾ ਕਿ ਜਿਨ੍ਹਾਂ ਸ਼ਬਦਾਂ ਦੇ ਵਿੱਚ ਕੋਈ ਤਬਦੀਲੀ ਆ ਜਾਵੇ। ਜਿਵੇਂ ਘਰ ਸ਼ਬਦ, ਘਰ ਦੇ ਨਾਲ ਕੰਨਾਂ ਲਾ ਦਈਏ ਬਣ ਜਾਂਦਾ ਘਰਾਂ, ਲਾਵਾਂ ਲਾ ਦਈਏ ਤਾਂ ਬਣ ਜਾਂਦਾ ਘਰੇ, ਕਿ ਉਹ ਘਰੇ ਬੈਠਾ। ਜਾਂ ਘਰ, ਘਰ ਬਹੁਤ ਸੋਹਣਾ। ਇਸੇ ਤਰ੍ਹਾਂ ਹੀ ਘਰੋਂ, ਉਸਨੇ ਚੀਜ਼ ਘਰੋਂ ਚੱਕ ਕੇ ਲਿਆਂਦੀ। ਤਾਂ ਇਹ ਹੁਣ ਸ਼ਬਦ ਦੇਖੋ, ਘਰ ਸ਼ਬਦ ਦੇ ਨਾਲ ਕੰਨਾਂ ਲਾ ਕੇ ਘਰਾਂ, ਘਰੇ, ਘਰੋਂ, ਕਰੀ, ਕਿੰਨੇ ਸ਼ਬਦ ਬਣ ਗਏ। ਇਸੇ ਤਰ੍ਹਾਂ ਹੀ ਕਰ ਸ਼ਬਦ ਤੋਂ ਬਣ ਜਾਂਦਾ ਕਰਦਾ, ਕਰਦੇ, ਕਰਦੀ, ਕਰਦੀਆਂ, ਕੀਤਾ, ਕੀਤੇ, ਇੱਦਾਂ ਅਨੇਕਾਂ ਸ਼ਬਦ ਬਣ ਜਾਂਦੇ ਆ। ਤਾਂ ਇਹ ਉਹ ਸ਼ਬਦ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਵਿਕਾਰੀ ਸ਼ਬਦ ਆ, ਕਿ ਉਹਨਾਂ ਦੇ ਨਾਲ ਲੱਗ ਕੇ ਸ਼ਬਦ ਜਿਹੜਾ ਹੈਗਾ ਉਹਦੇ ਵਿੱਚ ਲਿੰਗ ਦਾ ਫਰਕ ਪੈ ਜਾਂਦਾ। ਵਚਨ ਮਤਲਬ ਇੱਕ ਵਚਨ ਤੋਂ ਬਹੁ ਵਚਨ ਬਣ ਜਾਂਦੇ ਆ। ਕਾਲ ਦਾ ਫਰਕ ਪੈ ਜਾਂਦਾ, ਹੈ ਨਾ। ਹੁਣ ਆਪਾਂ ਕਹਿੰਦੇ ਘਰ, ਉਹ ਕਹਿੰਦਾ ਘਰੋਂ, ਘਰਾਂ, ਘਰ ਸ਼ਬਦ ਦਾ ਘਰਾਂ ਲੱਗ ਗਿਆ ਅਤੇ ਵਚਨ ਦਾ ਫਰਕ ਪੈ ਗਿਆ, ਬਹੁ ਵਚਨ ਬਣ ਗਿਆ। ਤਾਂ ਇਹ ਸ਼ਬਦ ਜਿਹੜੇ ਹੈਗੇ ਨੇ ਇਹ ਵਿਕਾਰੀ ਸ਼ਬਦ ਨੇ, ਜਿਹੜੇ ਜਿਨ੍ਹਾਂ ਦੇ ਨਾਲ ਇਹਦਾ ਇਸ ਤਰ੍ਹਾਂ ਫਰਕ ਪੈਂਦਾ। ਅੱਛਾ, ਅਵਿਕਾਰੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਰੂਪ ਵਿੱਚ ਲਿੰਗ, ਵਚਨ, ਕਾਰਕ, ਕਾਲ ਅਤੇ ਪੁਰਖ ਕਰਕੇ ਕੋਈ ਤਬਦੀਲੀ ਨਹੀਂ ਆਉਂਦੀ। ਜਿਵੇਂ ਸ਼ਬਦ ਨੇ। ਹੁਣ ਨੇ ਇਹਨੂੰ ਜਿੱਥੇ ਮਰਜ਼ੀ ਲਾ ਦਿਓ, ਵਿੱਚ, ਵੱਲ, ਜੋ, ਕਿ, ਕਿਉਂਕਿ, ਇਹਨਾਂ ਦੇ ਵਿੱਚ ਉਹ ਫਰਕ ਨਹੀਂ ਆਉਂਦਾ ਜਿਹੜਾ ਕਿ ਵਿਕਾਰੀ ਸ਼ਬਦਾਂ ਦੇ ਵਿੱਚ ਆਉਂਦਾ। ਤਾਂ ਇਹ ਸੀਗਾ ਕਿ ਸ਼ਬਦਾਂ ਦਾ ਵਰਗੀਕਰਨ, ਸ਼ਬਦਾਂ ਨੂੰ ਵੰਡਿਆ ਕਿਸ ਤਰ੍ਹਾਂ ਜਾ ਸਕਦਾ। ਪਹਿਲਾਂ ਮੈਂ ਫਿਰ ਸੰਖੇਪ ਦੇ ਵਿੱਚ ਕਰਦੇ ਹਾਂ ਕਿ ਪਹਿਲਾਂ ਆਪਾਂ ਭਾਸ਼ਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸ਼ਬਦਾਂ ਦੀ ਵੰਡ ਦੇ ਪਹਿਲਾਂ ਆਪਾਂ ਦੱਸਿਆ ਸੀਗਾ ਪਰੰਪਰਾਗਤ ਵਿਆਕਰਨ, ਜਿਹੜੇ ਕਹਿੰਦੇ ਸੀਗੇ ਕਿ ਸ਼ਬਦ ਜਿਹੜੇ ਹੈਗੇ ਆ ਸਾਰਥਕ ਅਤੇ ਨਿਰਾਰਥਕ। ਜਿਵੇਂ ਰੋਟੀ ਰਾਟੀ, ਪਾਣੀ ਧਾਣੀ, ਇੱਦਾਂ ਵੰਡਿਆ ਜਾਂਦਾ ਸੀ। ਅੱਜ ਕੱਲ੍ਹ ਭਾਸ਼ਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸ਼ਬਦਾਂ ਦੀ ਵੰਡ ਦੋ ਆਧਾਰ 'ਤੇ ਕੀਤੀ ਜਾਂਦੀ ਹੈ।
ਪਹਿਲਾ ਹੈ ਉਤਪਤੀ ਦਾ ਆਧਾਰ ਅਤੇ ਦੂਸਰਾ ਹੈ ਰੂਪ ਦਾ ਆਧਾਰ। ਜਦੋਂ ਅਸੀਂ ਉਤਪਤੀ ਦੇ ਅਨੁਸਾਰ ਸ਼ਬਦ ਦੇ ਪ੍ਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਅੱਗੋਂ ਦੋ ਤਰ੍ਹਾਂ ਦੇ ਮੰਨੇ ਜਾਂਦੇ ਆ, ਰੂੜੀ ਅਤੇ ਯੋਗਿਕ। ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਰੂਪ ਅਨੁਸਾਰ ਸ਼ਬਦ ਦੇ ਵਰਗੀਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਦੋ ਤਰ੍ਹਾਂ ਦੇ ਸ਼ਬਦ ਮੰਨੇ ਜਾਂਦੇ ਆ। ਰੂਪ ਅਨੁਸਾਰ ਇਹਨਾਂ ਨੂੰ ਅਸੀਂ ਵੰਡ ਸਕਦੇ ਹੁੰਦੇ ਹਾਂ। ਇਹ ਹੈਗੇ ਨੇ ਵਿਕਾਰੀ ਅਤੇ ਅਵਿਕਾਰੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਵਾਕ ਵਿੱਚ ਜਦੋਂ ਅਸੀਂ ਕੋਈ ਵਾਕ ਲਿਖਦੇ ਹਾਂ ਤਾਂ ਉਸ ਆਧਾਰ 'ਤੇ ਵਰਤੇ ਜਾਣ ਵਾਲੇ ਸ਼ਬਦ ਆ, ਇਹਨਾਂ ਦੇ 8 ਵਰਗ ਮੰਨੇ ਗਏ ਆ। ਮੰਨ ਲਓ ਇੱਕ ਵਾਕ ਦੇ ਵਿੱਚ ਕਿਸ ਤਰ੍ਹਾਂ ਦੇ ਸ਼ਬਦ ਹੋ ਸਕਦੇ ਆ, ਇਹ ਵੀ ਇੱਕ ਵਰਗੀਕਰਨ ਦਾ ਆਧਾਰ ਆ। ਇੱਕ ਲੰਬਾ ਵਾਕ ਤੁਸੀਂ ਲਿਖੋ ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਕਿਹੜੇ ਕਿਹੜੇ ਸ਼ਬਦ ਵਰਤੇ ਗਏ ਆ। ਉਹਨਾਂ ਵਿੱਚ 8 ਵਰਗ ਮੰਨੇ ਜਾਂਦੇ ਆ। ਉਹਨਾਂ 'ਚ ਨਾਉਂ, ਪੜ੍ਹਨਾਉਂ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਕ। ਤਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਅਸੀਂ 8 ਵਰਗਾਂ ਦੇ ਵਿੱਚ ਇੱਕ ਵਾਕ ਦੇ ਸ਼ਬਦਾਂ ਨੂੰ ਵੰਡ ਸਕਦੇ ਹਾਂ। ਤਾਂ ਜੇਕਰ ਤੁਹਾਨੂੰ ਇਹੀ ਪ੍ਰਸ਼ਨ ਜ਼ਿਆਦਾ ਚਾਂਸ ਆ ਪੁੱਛੇ ਜਾਣ ਦੇ, ਇਸ ਨੂੰ ਲੰਬਾ ਜ਼ਿਆਦਾ ਹੋਰ ਵਿਸਤਾਰ ਕਰਨ ਦੀ ਜ਼ਰੂਰਤ ਨਹੀਂ ਹੈ, ਤਾਂ ਇੰਨਾ ਹੀ ਸਫੀਸ਼ੀਐਂਟ ਆ। ਜੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੰਖੇਪ ਕਰਕੇ, ਉਹਨਾਂ ਦੀ ਹੈਡਿੰਗ ਬਣਾ ਕੇ ਥੋੜ੍ਹਾ ਥੋੜ੍ਹਾ ਉਹਨਾਂ ਦਾ ਵਿਸਥਾਰ ਦੇ ਦੇਣਾ, ਅਤੇ ਇੰਨਾ ਹੀ ਇਸ ਪ੍ਰਸ਼ਨ ਦੇ ਉੱਤਰ ਲਈ ਸਫੀਸ਼ੀਐਂਟ ਆ। ਧੰਨਵਾਦ।